ਲੋਕਾਂ ਦਾ ਸਬਰ ਜਵਾਬ ਦੇਣ ਲੱਗਿਆ ਔਰ ਪੈਰਲਲ ਧਰਨੇ ਲੱਗਣੇ ਬਰਾਬਰ ਧਰਨੇ ਲੱਗਣੇ ਸ਼ੁਰੂ ਹੋ ਚੁੱਕੇ ਨੇ। ਵੱਖ-ਵੱਖ ਥਾਵਾਂ ਤੋਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਮਾਹੌਲ ਕੀ ਹੈ, ਕਿੱਥੇ ਕਿੱਥੇ ਕਿੰਨੇ ਲੋਕ ਪਰੇਸ਼ਾਨ ਹੋ ਰਹੇ ਨੇ। ਅੰਮ੍ਰਿਤਸਰ ਤੋਂ ਅਸੀਂ ਕੱਲ ਰਾਤ ਤੋਂ ਤਸਵੀਰਾਂ ਦਿਖਾ ਰਹੇ ਹਾਂ। ਕੱਲ ਦਿਨ ਭਰ ਦੇ ਵਿੱਚ ਵੀ ਇਹ ਜਿਹੜੇ ਸੀ ਇਹ ਮੋਰਚੇ ਲੱਗੇ, ਧਰਨਾ ਮੋਰਚਾ। ਹੁਣ ਲੋਕਾਂ ਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ, ਉਹਨਾਂ ਦੇ ਲਈ ਸਿਰਫ ਇੱਕੋ ਹੀ ਸ਼ਬਦ ਹੈ, ਉਹ ਹੈ ਪਰੇਸ਼ਾਨੀ ਜਿਹੜੀ ਉਹਨਾਂ ਨੂੰ ਪੈਰ ਪੈਰ ਤੇ ਮਹਿਸੂਸ ਹੋ ਰਹੀ ਹੈ। ਔਰ ਇਸ ਕਰਕੇ ਹਰ ਵਰਗ ਜਿਹੜਾ ਜੇ ਇਸ ਚੀਜ਼ ਦੀ ਵਜ੍ਹਾ ਨਾਲ ਵੀ ਕੋਈ ਪਰੇਸ਼ਾਨ ਹੋ ਰਿਹਾ ਤਾਂ ਉਸ ਦੀ ਵੀ ਗੱਲ ਕਰਨੀ ਬਣਦੀ ਹੈ। ਸਰਕਾਰ ਨੇ ਇਸ ਤੇ ਇੱਕ ਬਿਆਨ ਦਿੱਤਾ, ਉਹ ਦੱਸ ਦਿੰਨੇ ਆ। ਫੂਡ ਸਪਲਾਈ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਬਿਆਨ ਦਿੱਤਾ ਕਿ ਧਰਨਾ ਲਾਉਣਾ ਲੋਕਤੰਤਰਿਕ ਅਧਿਕਾਰ ਹੈ, ਲੋਕਤੰਤਰਿਕ ਅਧਿਕਾਰ ਹੈ। ਪ੍ਰਦਰਸ਼ਨਕਾਰੀ ਕਿਸਾਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਔਰ ਗੱਲਬਾਤ ਨਾਲ ਅਸੀਂ ਪਹਿਲਾਂ ਕਈ ਮਸਲੇ ਹੱਲ ਕੀਤੇ ਨੇ। ਇਹ ਲਾਲਚੰਦ ਕਟਾਰੂ ਚੱਕ ਬਿਆਨ ਦੇ ਰਹੇ ਨੇ, ਪਰ ਗੱਲਬਾਤ ਹੋ ਰਹੀ ਹੈ ਤੇ ਨਾ ਗੱਲਬਾਤ ਨਾਲ ਕੋਈ ਮਸਲਾ ਹੱਲ ਨਿਕਲ ਰਿਹਾ ਹੈ। ਕਿਸਾਨ ਇਹ ਗੱਲ ਆਪਦੇ ਮੂੰਹੋਂ ਕਹਿ ਰਹੇ ਨੇ ਕਿ ਸਾਨੂੰ ਸਰਕਾਰ ਗੱਲਬਾਤ ਕਰਕੇ ਕੁਝ ਹੋਰ ਕਹਿ ਕੇ ਮੁੜ ਕੇ ਡਬਲ ਕ੍ਰਾਸ ਕਰ ਜਾਂਦੀ ਹੈ ਔਰ ਫਿਰ ਉਹ ਯੂ ਟਰਨ ਮਾਰ ਜਾਂਦੇ ਆ। ਇਸ ਕਰਕੇ ਕਿਸਾਨ ਹੁਣ ਸੂਬੇ ਦੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਨੇ ਔਰ ਉਹ ਕਹਿ ਰਹੇ ਨੇ ਕਿ ਅਸੀਂ ਮਾਫੀ ਮੰਗਦੇ ਹਾਂ ਸੂਬੇ ਦੇ ਲੋਕਾਂ ਤੋਂ। ਉਹਨਾਂ ਨੂੰ ਪਰੇਸ਼ਾਨ ਕਰਨ ਲਈ ਲੋਕ ਕਿਸਾਨਾਂ ਦੇ ਪ੍ਰਤੀ ਹੁਣ ਤਲਖ ਤੇਵਰ ਅਪਣਾ ਰਹੇ ਨੇ। ਪਿਛਲੇ ਦਿਨਾਂ ਦੇ ਵਿੱਚ ਇੱਕ ਮਹਿਲਾ ਦੀ ਵੀਡੀਓ ਸਾਹਮਣੇ ਆਈ ਸੀ, ਕਿਸ ਤਰੀਕੇ ਨਾਲ ਉਹ ਮਹਿਲਾ ਪਿੱਟ ਰਹੀ ਸੀ ਜਿਸਨੇ ਕਿਸੇ ਜ਼ਰੂਰੀ ਕੰਮ ਲਈ ਜਾਣਾ ਸੀ। ਸੋ ਇਸ ਕਰਕੇ ਹੁਣ ਵੱਡੇ ਸਵਾਲ ਸਰਕਾਰ ਤੇ ਵੀ ਖੜੇ ਹੋ ਰਹੇ ਨੇ ਕਿ ਆਖਿਰ ਇਹ ਸੂਬੇ ਦੇ ਵਿੱਚ ਜਿਹੜੀ ਸਥਿਤੀ ਹੈ ਇਸ ਨੂੰ ਕਿਸ ਤਰੀਕੇ ਨਾਲ ਠੀਕ ਕੀਤਾ ਜਾਊਗਾ। ਔਰ ਲੋਕਤੰਤਰਿਕ ਅਧਿਕਾਰ ਜਿਹੜੀ ਗੱਲ ਮੰਤਰੀ ਕਹਿ ਰਹੇ ਨੇ ਉਹ ਜ਼ਰੂਰ ਹੈ ਧਰਨਾ ਦੇਣ ਦਾ, ਪਰ ਸੜਕ ਤੋਂ ਲੋਕ ਰੋਕਣ ਦਾ ਅਧਿਕਾਰ ਲੋਕਤੰਤਰੀ ਅਧਿਕਾਰ ਨਹੀਂ ਹੈ, ਇਹ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਹੈ। ਸੁਣਾ ਦਿੰਨੇ ਆ ਕੀ ਕੁਝ ਕਹਿ ਰਹੇ ਨੇ ਲਾਲਚੰਦ ਕਟਾਰੂ ਚੱਕ। ਧਰਨੇ ਲਾਉਣਾ ਤੇ ਲੋਕਾਂ ਦਾ ਡੈਮੋਕ੍ਰੈਟਿਕ ਰਾਈਟ ਹੈ। ਕੋਈ ਵੀ ਆਰਗੇਨਾਈਜੇਸ਼ਨ, ਕੋਈ ਵੀ ਵਿਅਕਤੀ, ਭਾਰਤ ਦਾ ਕਨਸਟੀਟਿਊਸ਼ਨ ਉਹਨਾਂ ਨੂੰ ਇਹ ਰਾਈਟ ਦਿੰਦਾ ਵੀ ਉਹ ਆਪਣੀ ਗੱਲ ਰੱਖਣ। ਸੋ ਇਹ ਸਰਕਾਰ ਹਰ ਕੈਟਾਗਰੀ ਦੀ, ਹਰ ਫੈਕਲਟੀ ਦੀ ਗੱਲ ਸੁਣਦੀ ਹੈ। ਨੈਗੋਸ਼ੀਏਟ ਕਰਾਂਗੇ, ਗੱਲਬਾਤ ਕਰਾਂਗੇ, ਬਹੁਤ ਵੱਡੇ ਮਸਲੇ ਹੱਲ ਕੀਤੇ, ਇਹ ਵੀ ਹੋ ਜਾਣਗੇ, ਕੋਈ ਪ੍ਰੋਬਲਮ। ਦੋ ਗੱਲਾਂ ਸੀਗੀਆਂ ਜਿਹੜੀਆਂ ਤਾਂ ਸਾਡੇ ਨਾਲ ਫਰੀਦਕੋਟ ਤੇ ਅੰਮ੍ਰਿਤਸਰ ਤੋਂ ਸਾਡੇ ਸਹਿਯੋਗੀ ਜੁੜ ਰਹੇ ਨੇ, ਨਰੇਸ਼ ਸੇਠੀ ਤੇ ਰਾਜੀਵ ਸ਼ਰਮਾ। ਨਰੇਸ਼, ਫਰੀਦਕੋਟ ਦੀ ਪਹਿਲਾਂ ਤਸਵੀਰ ਦੇਖਣੀ ਚਾਹਾਂਗੇ ਕਿਉਂਕਿ ਜਿਸ ਚੀਜ਼ ਬਾਰੇ ਲੋਕ ਸੋਸ਼ਲ ਮੀਡੀਆ ਤੇ ਗੱਲਾਂ ਕਰਦੇ ਨੇ, ਜਿਸ ਚੀਜ਼ ਬਾਰੇ WhatsApp ਗਰੁੱਪਾਂ ਦੇ ਵਿੱਚ ਚਰਚਾ ਹੁੰਦੀ ਹੈ, ਪਿਛਲੇ ਲੰਮੇ ਸਮੇਂ ਤੋਂ ਹੋ ਰਹੀ ਹੈ, ਪਰ ਇਹ ਚੀਜ਼ ਦੇਖਣ ਦੇ ਵਿੱਚ ਨਹੀਂ ਮਿਲੀ ਸੀ। ਸੋ ਮੈਂ ਫਰੀਦਕੋਟ ਦਾ ਜ਼ਿਕਰ ਇਸ ਲਈ ਕਰਨਾ ਚਾਹ ਰਿਹਾ ਜਿੱਥੇ ਤੁਸੀਂ ਖੜੇ ਹੋ ਕਿ ਜਿਹੜੀ ਚੀਜ਼ ਦੀ ਸਿਰਫ ਹਲੇ ਤੱਕ ਚਰਚਾ ਹੋ ਰਹੀ ਸੀ ਕਿ ਜੇਕਰ ਕਿਸਾਨ ਇਸੇ ਤਰੀਕੇ ਨਾਲ ਉਹ ਧਰਨੇ ਲਾਉਂਦੇ ਰਹੇ, ਆਏ ਦਿਨ ਕਿਸਾਨ ਜਥੇਬੰਦੀਆਂ ਵੱਡੋ ਅੱਡ ਕਾਲ ਦੇ ਕੇ ਧਰਨੇ ਲਾਉਂਦੀਆਂ ਰਹੀਆਂ, ਤਾਂ ਫਿਰ ਲੋਕਾਂ ਨੇ ਇਹਨਾਂ ਦੇ ਖਿਲਾਫ ਖੜੇ ਹੋ ਜਾਣਾ ਹੈ। ਤੇ ਫਰੀਦਕੋਟ ਦੇ ਵਿੱਚ ਅੱਜ ਪਹਿਲੀ ਵਾਰੀ ਉਹ ਤਸਵੀਰ ਨਜ਼ਰ ਆਈ ਹੈ ਜਦੋਂ ਲੋਕ ਧਰਨਾ ਲਾ ਕੇ ਕਿਸਾਨ ਜਥੇਬੰਦੀਆਂ ਦੇ ਖਿਲਾਫ ਖੜੇ ਹੋ ਗਏ ਨੇ। ਬਿਲਕੁਲ ਵਿਜੇਪਾਲ ਦੱਸਦੀ ਹੈ ਕਿ ਜਿਸ ਤਰ੍ਹਾਂ ਕਿ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਜਿਹੜਾ ਆਪਣਾ ਧਰਨਾ ਜਿਹੜਾ ਅੱਜ ਦੂਜੇ ਦਿਨ ਵੀ ਜਾਰੀ ਰੱਖਿਆ ਹੋਇਆ ਔਰ ਅਣਮਿੱਥੇ ਸਮੇਂ ਲਈ ਇਹ ਧਰਨਾ ਜਿਹੜਾ ਉਹਨਾਂ ਵੱਲੋਂ ਜਾਰੀ ਰੱਖਿਆ ਹੈ, ਤਾਂ ਉਸ ਤੋਂ ਬਾਅਦ ਦੇ ਤਸਵੀਰਾਂ ਜਿਹੜੀਆਂ ਫਰੀਦਕੋਟ ਤੋਂ ਸਾਹਮਣੇ ਆਈਆਂ ਸੀ ਕਿ ਇਸ ਰੋਡ ਤੇ ਜਿਹੜਾ ਧਰਨੇ ਦੇ ਬਰਾਬਰ ਪੈਰਲਲ ਇੱਕ ਹੋਰ ਧਰਨਾ ਜਿਹੜਾ ਟਰੱਕਾਂ ਵੱਲੋਂ ਲਗਾ ਦਿੱਤਾ ਗਿਆ ਸੀ। ਉਹਨਾਂ ਦਾ ਇਹ ਕਹਿਣਾ ਸੀ ਕਿ ਅਗਰ ਸਾਨੂੰ ਨਹੀਂ ਟੱਪਣ ਦਿੱਤਾ ਜਾ ਰਿਹਾ ਤਾਂ ਅਸੀਂ ਦੂਜਿਆਂ ਨੂੰ ਵੀ ਨਹੀਂ ਟੱਪਣ ਦਿੱਤਾ ਜਾਏ। ਤਾਂ 24 ਘੰਟਿਆਂ ਤੋਂ ਬਾਅਦ ਕਰੀਬ ਵੱਧ ਸਮੇਂ ਤੋਂ ਬਾਅਦ ਜਿਹੜਾ ਇਹਨਾਂ ਟਰੱਕਾਂ ਵਾਲਿਆਂ ਨੂੰ ਇੱਥੇ ਖੜਨਾ ਪਿਆ ਸੀਗਾ ਔਰ ਹੁਣ ਥੋੜੀ ਦੇਰ ਪਹਿਲਾਂ ਦੇਖਣ ਨੂੰ ਮਿਲਿਆ ਸੀ ਕਿਉਂਕਿ ਹੁਣ ਛੁੱਟੀ ਦਾ ਸਮਾਂ ਹੋਣ ਜਾ ਰਿਹਾ ਹੈ ਤਾਂ ਕਈ ਜਿਹੜੇ ਬੱਚਿਆਂ ਦੇ ਪੇਰੈਂਟਸ ਨੇ ਉਹ ਆ ਕੇ ਟਰੱਕਾਂ ਨਾਲ ਵੀ ਬਹਿਸਦੇ ਨਜ਼ਰ ਆਏ, ਪਰ ਦੂਜੇ ਪਾਸੇ ਟਰੱਕ ਚਾਲਕ ਨੇ ਜਿਹੜਾ ਆਪਦਾ ਤਰਕ ਦਿੰਦੇ ਨਜ਼ਰ ਆਏ ਸੀ ਕਿ ਜਿਹੜੀ ਪਰੇਸ਼ਾਨੀ ਸਾਨੂੰ ਆ ਰਹੀ ਹੈ ਅਗਰ ਦੂਜਿਆਂ ਨੂੰ ਵੀ ਆ ਸਕਦੀ ਹੈ ਤਾਂ ਫਿਰ ਉਹ ਕਿਉਂ ਚੀਕਦੇ ਨੇ, ਕਿਉਂਕਿ ਅਸੀਂ 24 ਘੰਟੇ ਤੋਂ ਅਸੀਂ ਲਗਭਗ ਇੱਥੇ ਖੜੇ ਆ। ਤਾਂ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਕੁਝ ਸਹਿਮਤੀ ਬਣਾ ਕੇ ਉਹਨੂੰ ਇਹਨਾਂ ਟਰੱਕਾਂ ਨੂੰ ਜਿਹੜਾ ਇੱਥੋਂ ਟਪਾ ਦਿੱਤਾ ਗਿਆ ਕਿਉਂਕਿ ਇੱਕ ਪਰੇਸ਼ਾਨੀ ਦੇਖੀ ਗਈ ਸੀ, ਜਿਹੜੀ ਲੋਕਾਂ ਦੀ ਪਰੇਸ਼ਾਨੀ ਨੂੰ ਧਿਆਨ ਵਿੱਚ ਰੱਖਿਆ ਗਿਆ ਸੀ ਕਿ ਹੁਣ ਛੁੱਟੀ ਦਾ ਸਮਾਂ ਹੋ ਜਾਣਾ ਹੈ। ਹੁਣ ਥੋੜੀ ਦੇਰ ਬਾਅਦ ਬੱਚਿਆਂ ਨੇ ਆਪਦਾ ਇੱਥੋਂ ਵੜਨੇ, ਬੱਚਿਆਂ ਦੀਆਂ ਗੱਡੀਆਂ ਨੇ ਟੱਪਣਾ ਨੇ, ਪੇਰੈਂਟਸ ਨੇ ਟੱਪਣਾ ਹੈ, ਬੱਚਿਆਂ ਨੂੰ ਲੈ ਕੇ ਟੱਪਣਾ ਹੈ। ਤਾਂ ਕਿਤੇ ਨਾ ਕਿਤੇ ਕਿਉਂਕਿ ਜਦੋਂ ਟਰੱਕਾਂ ਵਾਲਿਆਂ ਨੇ ਜਾਮ ਲਾਇਆ ਸੀ ਤਾਂ ਉੱਥੋਂ ਇੱਕ ਸਾਈਕਲ ਟੱਪਣ ਦੀ ਜਗ੍ਹਾ ਵੀ ਜਿਹੜੀ ਉਹਨਾਂ ਵੱਲੋਂ ਨਹੀਂ ਛੱਡੀ ਗਈ ਸੀ। ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਕਿਸਾਨਾਂ ਵੱਲੋਂ ਸਹਿਮਤੀ ਬਣਾਉਂਦੇ ਹੋਏ ਹੁਣ ਉਹ ਟਰੱਕਾਂ ਨੂੰ ਜਿਹੜਾ ਇੱਥੋਂ ਲੰਘਣ ਦਿੱਤਾ ਗਿਆ। ਉਹਨਾਂ ਟਰੱਕਾਂ ਨੂੰ ਟੱਪਣ ਤੋਂ ਬਾਅਦ ਹੁਣ ਇੱਕ ਵਾਰ ਫਿਰ ਦਿਖਾਈਏ ਤਸਵੀਰਾਂ, ਇੱਕ ਵਾਰ ਦੁਬਾਰਾ ਤੋਂ ਜਿਹੜਾ ਸੜਕ ਦੇ ਉੱਤੇ ਫਿਰ ਜਿਹੜਾ ਜਾਮ ਲਗਾ ਦਿੱਤਾ ਗਿਆ। ਕਿਸਾਨ ਆਗੂਆਂ ਦਾ ਇਹ ਕਹਿਣਾ ਕਿ ਅਸੀਂ ਨਾ ਤਾਂ ਸਕੂਲ ਵੈਨਸ ਜਿਹੜੀਆਂ ਉਹਨਾਂ ਨੂੰ ਰੋਕਾਂਗੇ, ਨਾ ਐਂਬੂਲੈਂਸ ਨੂੰ, ਜਾਂ ਕੋਈ ਕਿਸੇ ਜ਼ਰੂਰੀ ਕੰਮ ਲਈ ਜਾ ਰਿਹਾ ਤਾਂ ਉਹਨੂੰ ਵੀ ਅਸੀਂ ਰੋਕਣਾ ਜਿਹੜਾ ਅਸੀਂ ਮੁਨਾਸਿਬ ਨਹੀਂ ਸਮਝਦੇ ਕਿਉਂਕਿ ਲੋਕਾਂ ਦੀ ਪਰੇਸ਼ਾਨੀ ਨੂੰ ਅਸੀਂ ਨਿਗਾਹ 'ਚ ਰੱਖਦੇ ਹਾਂ। ਤਾਂ ਬੈਰੀਕੇਡਿੰਗ ਇਸ ਵਕਤ ਜਿਹੜੀ ਦੁਬਾਰਾ ਫਿਰ ਕਰ ਦਿੱਤੀ ਗਈ ਹੈ ਔਰ ਕਿਸਾਨ ਆਗੂਆਂ ਨੂੰ ਇਸ ਗੱਲ ਦਾ ਪਤਾ ਨਰੇਸ਼ ਕਿ ਲੋਕ ਇਹਨਾਂ ਦੇ ਖਿਲਾਫ ਹੋ ਚੁੱਕੇ ਹੈ, ਲੋਕ ਇਹਨਾਂ ਦੇ ਖਿਲਾਫ ਹੋ ਚੁੱਕੇ ਹੈ, ਲੋਕ ਇਹਨਾਂ ਧਰਨੇ ਪ੍ਰਦਰਸ਼ਨਾਂ ਤੋਂ ਅੱਕ ਚੁੱਕੇ ਹੈ, ਲੋਕ ਇਹਨਾਂ ਧਰਨੇ ਪ੍ਰਦਰਸ਼ਨਾਂ ਤੋਂ ਤੰਗ ਆ ਚੁੱਕੇ ਹੈ।
ਬਿਲਕੁਲ ਵਿਜੇਪਾਲ, ਸੁਬਹ ਦੀਆਂ ਅਸੀਂ ਤਸਵੀਰਾਂ ਇਹੀ ਦਿਖਾ ਰਹੇ ਸੀ ਕਿ ਜਿਸ ਤਰ੍ਹਾਂ ਜਦੋਂ ਟਰੱਕਾਂ ਵਾਲਿਆਂ ਨੇ ਧਰਨਾ ਲਾਇਆ ਤਾਂ ਕਿਤੇ ਨਾ ਕਿਤੇ ਆਪਸੀ ਵਿੱਚ ਵੀ ਇਹਨਾਂ ਦੀ ਥੋੜੀ ਤਕਰਾਰਬਾਜ਼ੀ ਹੁੰਦੀ ਸੀ। ਤਾਂ ਇਹਨਾਂ ਨੂੰ ਭਲੀ ਭਾਂਤ ਜਾਣਦੇ ਸੀ ਕਿ ਜੇ ਅਸੀਂ ਕਿਸੇ ਨੂੰ ਪਰੇਸ਼ਾਨ ਕਰਦੇ ਹਾਂ ਤਾਂ ਲੋਕ ਇਸ ਗੱਲ ਤੇ ਪਰੇਸ਼ਾਨੀ ਦਾ ਜਿਹੜਾ ਉਹਨਾਂ ਨੂੰ ਜਿਹੜੀ ਆ ਰਹੀ ਹੈ ਉਸ ਤੋਂ ਨਾਰਾਜ਼ ਜ਼ਰੂਰ ਰਹੇ, ਕਿਸਾਨ ਜਥੇਬੰਦੀਆਂ ਤੋਂ ਖਫਾ ਜ਼ਰੂਰ ਨੇ। ਤਾਂ ਉਸ ਦੇ ਚੱਲਦੇ ਹਾਲਾਂਕਿ ਇਹ ਮਾਫੀ ਮੰਗ ਰਹੇ ਨੇ ਵਾਰ-ਵਾਰ ਕਿਸਾਨ ਕਿ ਸਾਡੀ ਮਜਬੂਰੀ ਹੈ ਕਿ ਅਸੀਂ ਇਹ ਰਸਤੇ ਬੰਦ ਕਰ ਰਹੇ ਹਾਂ। ਔਰ ਦੂਜੇ ਪਾਸੇ ਜਿਨ੍ਹਾਂ ਟਰੱਕਾਂ ਮਾਲਕ ਵੱਲੋਂ ਟਰੱਕ ਚਾਲਕਾਂ ਵੱਲੋਂ ਧਰਨਾ ਲਾਇਆ ਸੀ ਉਹਨਾਂ ਨੇ ਵੀ ਇਹੀ ਕਿਹਾ ਵੀ ਅਸੀਂ ਕਿਸਾਨਾਂ ਦੇ ਨਾਲ ਖੜੇ ਆ, ਪਰ ਕਿਤੇ ਨਾ ਕਿਤੇ ਲੋਕ ਧੱਕੇ ਨਾਲ ਲੰਘ ਕੇ ਨਰੇਸ਼ ਮਾਫੀ ਮੰਗ ਲੈਣਗੇ। ਇਹਨਾਂ ਦੀ ਮਾਫੀ ਦਾ ਕੀ ਹੈ? ਲੋਕ ਇੱਥੋਂ ਚਾਹਣ ਕਿ ਅਸੀਂ ਇੱਥੋਂ ਲੰਘਣਾ ਹੈ ਤੇ ਲੋਕ ਧੱਕੇ ਨਾਲ ਲੰਘ ਸਕਦੇ, ਰੋਕ ਲੈਣਗੇ ਲੋਕਾਂ ਨੂੰ। ਉਹ ਵੀ ਮਾਫੀ ਮੰਗ ਲੈਣਗੇ ਕਿ ਸਾਡੀ ਮਜਬੂਰੀ ਹੈ ਜੀ, ਅਸੀਂ ਗਾਂਹ ਜਾਣਾ, ਅਸੀਂ ਤਾਂ ਮਾਫੀ ਮੰਗਦੇ ਹਾਂ, ਤੁਸੀਂ ਨਹੀਂ ਹਟਣਾ ਤਾਂ ਅਸੀਂ ਧੱਕੇ ਨਾਲ ਲੰਘ ਜਾਾਂਗੇ। ਬਿਲਕੁਲ ਇਹੀ ਤਸਵੀਰਾਂ ਵਿਜੇਪਾਲ ਅਸੀਂ ਦਿਖਾਈਆਂ ਸੀ ਕਿ ਉਹ ਵੀ ਆਪਦੀ ਮਜਬੂਰੀ ਦੱਸ ਰਹੇ ਨੇ ਕਿਉਂਕਿ ਉਹਨਾਂ ਨੇ ਵੀ ਆਪਦੇ ਡੈਸਟੀਨੇਸ਼ਨ ਤੇ ਪੁੱਜਣਾ ਹੈ। ਕਿਸੇ ਦੇ ਅੰਦਰ ਕੋਈ ਕੱਚਾ ਮਾਲ ਪਿਆ ਜਿਹੜਾ ਕਿ ਖਰਾਬ ਹੋ ਸਕਦਾ, 1-2 ਦਿਨ ਦੇ ਵਿੱਚ ਖਰਾਬ। ਦੂਸਰੀ ਤਰਫ ਉਹਨਾਂ ਵੱਲੋਂ ਗੱਲ ਕੀਤੀ ਕਿ ਸਾਨੂੰ ਜਿਹੜਾ ਖਰਚਾ ਲਿਮਟਿਡ ਜਿਹਾ ਦਿੱਤਾ ਜਾਂਦਾ ਹੈ, ਉਸ ਲਿਮਟਿਡ ਖਰਚੇ ਦੇ ਤਹਿਤ ਹੀ ਅਸੀਂ ਜਿਹੜਾ ਆਪਦਾ ਸਫ਼ਰ ਤੈਅ ਕਰਨਾ ਹੁੰਦਾ ਹੈ। ਤਾਂ ਉਹਨਾਂ ਕੋਲ ਰੋਟੀ ਪਾਣੀ ਵਾਸਤੇ ਵੀ ਇਸ ਵਕਤ ਜਿਹੜਾ ਪੈਸਾ ਨਹੀਂ ਬਚ ਰਿਹਾ। ਦੂਜੇ ਪਾਸੇ ਅਗਰ ਉਹ ਦੂਜਾ ਰੂਟ ਲੈ ਕੇ, ਡਾਇਵਰਟ ਰੂਟ ਲੈ ਕੇ ਜੇ ਚੱਲਦੇ ਨੇ ਤਾਂ ਉਹਨਾਂ ਨੂੰ 60-70 ਕਿਲੋਮੀਟਰ ਵੱਧ ਪੈਂਦਾ ਹੈ। ਤਾਂ ਕਿਤੇ ਨਾ ਕਿਤੇ ਮਾਲਕ ਉਹਨਾਂ ਦੀ ਸਵਾਲ ਜਵਾਬੀ ਜ਼ਰੂਰ ਕਰਦੇ ਨੇ ਕਿ ਇੰਨਾ ਜਿਹੜਾ ਖਰਚਾ ਕਿੱਥੋਂ ਹੋਇਆ, ਤੇਲ ਕਿਸ ਤਰ੍ਹਾਂ ਵਾਲੇ। ਤਾਂ ਵੱਡਾ ਖਰਚਾ ਜਿਹੜਾ ਉਹਨਾਂ ਨੂੰ ਤੋਂ ਉਹ ਕਿਤੇ ਨਾ ਕਿਤੇ ਕਲੈਸ਼ ਜ਼ਰੂਰ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਰਿਹਾ ਸੀ। ਕੁਝ ਲੋਕ ਵੀ ਜਿਹੜੇ ਇਹਨਾਂ ਨਾਲ ਬਹਿਸਦੇ ਨਜ਼ਰ ਆਏ ਸੀ। ਤਾਂ ਉਸ ਜਿਹੜੀ ਸਾਰੀ ਮਜਬੂਰੀ ਦੇ ਚੱਲਦੇ ਜਿਹੜਾ ਕਿਸਾਨਾਂ ਵੱਲੋਂ ਵੀ ਇਹ ਜਿਹੜਾ ਥੋੜਾ ਜਿਹਾ ਫਲੈਕਸੀਬਿਲਿਟੀ ਦਿਖਾਈ ਗਈ ਕਿ ਉਹਨਾਂ ਵੱਡੀਆਂ ਸਿੱਧਾ ਪੁੱਛਣਾ ਚਾਹੁੰਦਾ ਕਿ ਕਿਸਾਨਾਂ ਨੂੰ ਇਸ ਚੀਜ਼ ਦਾ ਕੋਈ ਫਰਕ ਪੈ ਰਿਹਾ ਹੈ ਜਾਂ ਕੋਈ ਫਰਕ ਨਹੀਂ ਪੈ ਰਿਹਾ? ਲੋਕਾਂ ਦੀ ਪਰੇਸ਼ਾਨੀ ਦਾ ਇਹਨਾਂ ਨੂੰ ਕੋਈ ਫਰਕ ਪੈ ਰਿਹਾ ਜਾਂ ਕੋਈ ਅਸਰ ਨਹੀਂ? ਦੇਖੋ ਜਿਹੜੀ ਇਹਨਾਂ ਨੇ ਸਟ੍ਰੈਟਜੀ ਅਪਣਾਈ ਹੈ ਕਿਸਾਨਾਂ ਵੱਲੋਂ ਕਿ ਜਿੰਨਾ ਅਸੀਂ ਲੋਕਾਂ ਨੂੰ ਪਰੇਸ਼ਾਨ ਕਰਾਂਗੇ ਉਸ ਤੋਂ ਜ਼ਿਆਦਾ ਪਰੇਸ਼ਾਨੀ ਜਿਹੜੀ ਪ੍ਰਸ਼ਾਸਨ ਨੂੰ ਆਏਗੀ। ਇਸ ਤਦ ਹੀ ਜਿਹੜਾ ਪ੍ਰਸ਼ਾਸਨ ਉਹਨਾਂ ਦੀ ਗੱਲ ਸੁਣੇਗਾ ਜਾਂ ਸਰਕਾਰ ਦੇ ਕੰਨਾਂ ਤੱਕ ਉਹਨਾਂ ਦੀ ਗੱਲ ਪਹੁੰਚੇਗੀ। ਤਾਂ ਕਿਤੇ ਨਾ ਕਿਤੇ ਦੀ ਉਹਨਾਂ ਦੀ ਇਹੀ ਕੋਸ਼ਿਸ਼ ਹੈ ਕਿਉਂਕਿ ਇਸ ਤੋਂ ਪਹਿਲਾਂ ਗੱਲ ਕਰੀਏ ਤਾਂ ਧਰਨੇ ਦਫ਼ਤਰਾਂ ਦੇ ਬੂਹਰੇ ਵੀ ਚੱਲਦੇ ਸੀਗੇ, ਉਹ ਲਗਾਤਾਰ ਹਜੇ ਵੀ ਜਾਰੀ ਹੈ। ਪਰ ਉਸ ਦੇ ਨਾਲ ਉਹਨਾਂ ਦਾ ਇਹ ਕਹਿਣਾ ਕਿ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਕਦੀ। ਤਸਵੀਰਾਂ ਦਿਖਾਉਂਦੇ ਰਹੋ, ਤੁਸੀਂ ਤਸਵੀਰਾਂ ਦਿਖਾਉਂਦੇ ਰਹੋ। ਮੈਂ ਰਾਜੀਵ ਤੇ ਬਲਦੇਵ ਜੁੜੇ ਨੇ ਸਾਡੇ ਨਾਲ, ਰਾਜੀਵ ਅੰਮ੍ਰਿਤਸਰ ਤੋਂ, ਬਲਦੇਵ ਮਾਨਸਾ ਤੋਂ। ਰਾਜੀਵ ਥੋੜਾ ਬਰੀਫ ਦੇ ਵਿੱਚ ਸਮਝਣਾ ਚਾਹਾਂਗੇ, ਜਿਵੇਂ ਨਰੇਸ਼ ਕਹਿ ਰਹੇ ਸੀ ਕਿ ਸਿੱਧੀ ਸਟ੍ਰੈਟਜੀ ਹੈ, ਲੋਕਾਂ ਨੂੰ ਵੱਧ ਤੋਂ ਵੱਧ ਪਰੇਸ਼ਾਨ ਕਰੋ, ਤੁਹਾਡਾ ਮਸਲਾ ਹੱਲ ਹੋ ਜਾਏਗਾ। ਦੇਖੋ ਵਿਜੇ, ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜੇਕਰ ਬਾਕੀ ਧਰਨਿਆਂ ਦੇ ਨਾਲੋਂ ਮੈਂ ਅੰਮ੍ਰਿਤਸਰ ਵਾਲੇ ਧਰਨੇ ਦੀ ਗੱਲ ਕਰਾਂ ਤਾਂ ਕੱਲ ਜਦੋਂ ਭੰਡਾਰੀ ਪੁਲ ਤੇ ਧਰਨਾ ਲਗਾਇਆ ਗਿਆ ਸੀ ਤਾਂ ਉਸ ਵੇਲੇ ਵੀ ਕਿਸਾਨਾਂ ਦੀ ਗਿਣਤੀ ਕੋਈ ਬਹੁਤ ਜ਼ਿਆਦਾ ਨਹੀਂ ਸੀ। ਹਾਲਾਂਕਿ ਟਰਾਲੀਆਂ ਦੇ ਨਾਲ ਰਸਤੇ ਬੰਦ ਕਰ ਦਿੱਤੇ ਗਏ ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀ ਹੋਈ। ਪਰ ਇਸ ਵੇਲੇ ਬੜੀ ਹਾਦਸੋਹੀਣੀ ਅਸੀਂ ਕਹਿ ਸਕਦੇ ਹਾਂ ਕਿ ਸਥਿਤੀ ਬਣੀ ਹੋਈ ਹੈ। ਟੋਲ ਪਲਾਜ਼ਾ ਮੇਰੇ ਠੀਕ ਪਿੱਛੇ ਤੁਸੀਂ ਦੇਖ ਸਕਦੇ ਹੋ। ਹਾਲਾਂਕਿ ਅੱਜ ਇਸ ਧਰਨੇ ਦੇ ਨਾਲ ਕਿਸੇ ਨੂੰ ਤਾਂ ਕੋਈ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾ ਰਹੀ, ਪਰ ਟੋਲ ਪਲਾਜ਼ਾ ਤੇ ਜੋ ਹੈ ਉਹ ਇੱਕ ਹਿਸਾਬ ਦਾ ਇਸ ਨੂੰ ਫ੍ਰੀ ਕਰ ਦਿੱਤਾ ਗਿਆ ਕਿ ਜਿੰਨੇ ਵੀ ਲੋਕ ਇੱਥੋਂ ਲੰਘ ਰਹੇ ਨੇ ਉਹ ਬਿਨਾਂ ਟੋਲ ਦਿੱਤਿਆਂ ਲੰਘ ਰਹੇ ਨੇ। ਹੁਣ ਉਸ ਦੇ ਪਿੱਛੇ ਦੀ ਜੇਕਰ ਮੈਂ ਵਜ੍ਹਾ ਦਾ ਜ਼ਿਕਰ ਕਰਾਂ ਤਾਂ ਹੈਰਾਨ ਵੀ ਹੋਵੋਗੇ ਔਰ ਇੱਕ ਅਸੀਂ ਕਹਿ ਸਕਦੇ ਕਿ ਬੜੀ ਅਜੀਬ ਇੱਕ ਸਥਿਤੀ ਬਣੀ ਹੈ ਕਿ 100 ਤੋਂ 200 ਦੀ ਜਿਹੜੀ ਗਿਣਤੀ ਹੈ ਉਹ ਕਿਸਾਨਾਂ ਦੀ ਹੈ। ਇਹ ਤੁਸੀਂ ਗੱਡੀਆਂ ਦੇਖ ਸਕਦੇ ਹੋ, ਉਹਨਾਂ ਦੀਆਂ ਜਿੰਨੀਆਂ ਵੀ ਟੋਲ ਪਲਾਜ਼ਾ ਤੇ ਲੇਨਸ ਹੁੰਦੀਆਂ ਨੇ ਉੱਥੇ ਟਰੈਕਟਰ ਖੜਾ ਦਿੱਤੇ ਗਏ ਨੇ, ਟਰਾਲੀਆਂ ਖੜਾ ਦਿੱਤੀਆਂ ਗਈਆਂ ਨੇ। ਤਾਂ ਜਦੋਂ ਇਹ ਦੇਖਿਆ ਗਿਆ ਕਿ ਬਹੁਤ ਜ਼ਿਆਦਾ ਇਕੱਠ ਨਹੀਂ ਹੋ ਸਕਿਆ ਕਿਉਂਕਿ ਪਹਿਲਾਂ ਇਹੀ ਐਲਾਨ ਕੀਤਾ ਗਿਆ ਸੀ ਕਿ ਟੋਲ ਪਲਾਜ਼ੇ ਨੂੰ ਬੰਦ ਕਰ ਦਿੱਤਾ ਜਾਊਗਾ, ਕਿ ਕਿਸੇ ਵੀ ਗੱਡੀ ਨੂੰ ਇੱਥੋਂ ਨਹੀਂ ਲੰਘਣ ਦਿੱਤਾ ਜਾਏਗਾ। ਪਰ ਬਾਅਦ ਦੇ ਵਿੱਚ ਜਦੋਂ ਇਹ ਦੇਖਣ ਨੂੰ ਮਿਲਿਆ ਕਿ ਕਿਸਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਨਹੀਂ ਹੈ ਤਾਂ ਫਿਰ ਆਗੂ ਐਲਾਨ ਕਰਦੇ ਨੇ ਕਿ ਅਸੀਂ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਾਂਗੇ ਪਰ ਲੋਕਾਂ ਨੂੰ ਰਾਹਤ ਦੇਵਾਂਗੇ ਔਰ ਟੋਲ ਪਲਾਜ਼ਾ ਜੋ ਹੈ ਉਹ ਫ੍ਰੀ ਕਰ ਦਿੱਤਾ ਗਿਆ। ਤਾਂ ਜਿੰਨੇ ਵੀ ਉਹਨਾਂ ਦੇ ਵਲੰਟੀਅਰ ਸੀ ਉਹ ਇੱਥੇ ਖਿਲਾ ਦਿੱਤੇ ਗਏ। ਉਸ ਤੋਂ ਬਾਅਦ ਗੱਡੀਆਂ ਜਿਹੜੀਆਂ ਨੇ ਉਹ ਤੁਸੀਂ ਦੇਖ ਸਕਦੇ ਹੋ ਕਿ ਚਾਹੇ ਉਹ ਜੰਮੂ ਕਸ਼ਮੀਰ ਤੋਂ ਅੰਮ੍ਰਿਤਸਰ ਵਾਲੇ ਪਾਸੇ ਆਉਣ ਵਾਲੀ ਕੋਈ ਗੱਡੀ ਹੈ ਜਾਂ ਫਿਰ ਅੰਮ੍ਰਿਤਸਰ ਤੋਂ ਦੂਜੇ ਪਾਸੇ ਜਾਣ ਵਾਲੀ ਗੱਡੀ, ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਜਿਹੜੇ ਨੇ ਉਹ ਇੱਕ ਲੇਨ ਜਿਹੜੀ ਹੈ ਉੱਥੇ ਬੈਠੇ ਹੋਏ ਨੇ। ਕੁਝ ਮਹਿਲਾਵਾਂ ਵੀ ਨੇ, ਬਜ਼ੁਰਗ ਨੇ, ਨੌਜਵਾਨ ਨੇ। ਤਾਂ ਇੱਥੇ ਇਹਨਾਂ ਦਾ ਜਿਹੜਾ ਧਰਨਾ ਉਹ ਚੱਲ ਰਿਹਾ ਇੱਕ ਲੇਨ ਦੇ ਵਿੱਚ, ਜਦ ਕਿ ਬਾਕੀ ਜਿਹੜੀਆਂ ਲੇਨਸ ਨੇ ਉੱਥੇ ਜਾਂ ਤਾਂ ਇਹਨਾਂ ਵੱਲੋਂ ਆਪਣੀਆਂ ਗੱਡੀਆਂ ਖਿਲਾਰੀਆਂ ਗਈਆਂ ਨੇ ਔਰ ਨਾਲ ਦੀ ਨਾਲ ਟੋਲ ਪਲਾਜ਼ਾ ਜਿਹੜਾ ਉਹ ਬਿਲਕੁਲ ਫ੍ਰੀ ਕਰ ਦਿੱਤਾ ਗਿਆ, ਯਾਨੀ ਕਿ ਕੋਈ ਵੀ ਗੱਡੀ ਇੱਥੇ ਟੋਲ ਨਹੀਂ ਦੇਵੇਗੀ।
ਹੁਣ ਸਵਾਲ ਇਹ ਹੈ ਕਿ ਠੀਕ ਹੈ। ਜੇਕਰ ਲੋਕਾਂ ਨੂੰ ਪਰੇਸ਼ਾਨ ਕਰਕੇ ਆਪਣੇ ਮਸਲੇ ਹੱਲ ਕਰਾਉਣੇ ਸੀ ਜਾਂ ਫਿਰ ਹੁਣ ਟੋਲ ਪਲਾਜ਼ਾ ਜਿਹੜੀ ਕੰਪਨੀ ਹੈ ਉਸ ਨੂੰ ਪਰੇਸ਼ਾਨ ਕਰਕੇ ਹੋ ਸਕਦਾ ਇਹਨਾਂ ਦਾ ਕੋਈ ਮਸਲਾ। ਪਰ ਇੱਕ ਵਿਜੇ ਇੱਕ ਜਿਹੜਾ ਸਭ ਤੋਂ ਅਹਿਮ ਤੱਥ ਮੈਂ 1 ਮਿੰਟ ਦਾ ਸਮਾਂ ਜ਼ਰੂਰ ਚਾਹੁੰਦਾ ਕਿਉਂਕਿ ਇਹ ਵੀ ਦੱਸਣਾ ਬਹੁਤ ਜ਼ਰੂਰੀ ਹੈ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਕੋਈ ਪੁਲਿਸ ਫੋਰਸ ਵੀ ਤੈਨਾਤ ਨਹੀਂ ਕੀਤੀ ਗਈ ਕਿਉਂਕਿ ਇੱਕ ਨਹੀਂ ਤਾਂ ਪ੍ਰਸ਼ਾਸਨ ਨੂੰ ਖਦਸ਼ਾ ਹੁੰਦਾ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਕਿਸਾਨ ਇਕੱਠੇ ਹੋ ਜਾਣਗੇ, ਕੋਈ ਲਾਅ ਐਂਡ ਆਰਡਰ ਦੀ ਸਥਿਤੀ ਬਣ ਸਕਦੀ ਹੈ। ਤਾਂ ਕੱਲ ਦਾ ਜਿਹੜਾ ਧਰਨਾ ਸੀ ਉੱਥੇ ਇੱਕ ਬੜੀ ਅਜੀਬ ਤੱਥ ਵੀ ਸਾਹਮਣੇ ਆਇਆ ਕਿ ਕੱਲ ਜਿਹੜੀ ਗਿਣਤੀ ਜ਼ਰੂਰ ਸਵੇਰ ਵੇਲੇ ਜ਼ਿਆਦਾ ਸੀ ਔਰ ਸੰਗਰਾਂਦ ਦਾ ਦਿਨ ਸੀ। ਹਾਲਾਂਕਿ ਕਿਸਾਨਾਂ ਨੇ ਹਵਾਲਾ ਦਿੱਤਾ ਕਿ ਸੰਗਰਾਂਦ ਦੇ ਕਰਕੇ ਅਸੀਂ ਸੰਗਤ ਨੂੰ ਨਹੀਂ ਰੋਕਣਾ ਚਾਹੁੰਦੇ, ਪਰ ਜਿੱਦਾਂ ਹੀ ਕੱਲ ਕਿਸਾਨਾਂ ਦੀਆਂ ਟਰਾਲੀਆਂ ਉੱਥੇ ਪਹੁੰਚੀਆਂ ਤਾਂ ਉਸ ਵੇਲੇ ਵੀ ਗਿਣਤੀ ਘਟਣੀ ਸ਼ੁਰੂ ਹੋਈ। ਤਾਂ ਅਨਾਉਂਸ ਜਿਹੜੇ ਕਰ ਰਹੇ ਸੀ ਆਗੂ ਉਹਨਾਂ ਨੇ ਕਿਹਾ ਕਿ ਕੋਈ ਵੀ ਦਰਬਾਰ ਸਾਹਿਬ ਵਾਲੇ ਪਾਸੇ ਨਾ ਜਾਵੇ, ਪਹਿਲਾਂ ਅਸੀਂ ਧਰਨਾ ਦੇਵਾਂਗੇ, ਉਸ ਤੋਂ ਬਾਅਦ ਦਰਸ਼ਨਾਂ ਦੇ ਲਈ ਜਿਹੜੀ ਵੀ ਸੰਗਤ ਜਾਣਾ ਚਾਹੁੰਦੀ, ਯਾਨੀ ਕਿ ਜਿਹੜੇ ਉਹਨਾਂ ਦੇ ਨਾਲ ਪਿੰਡਾਂ ਤੋਂ ਲੋਕ ਆਏ ਸਨ ਉਹ ਵੀ ਜ਼ਿਆਦਾਤਰ ਇਸ ਕਰਕੇ ਆਏ ਕਿ ਇਸੇ ਬਹਾਨੇ ਹਰਮੰਦਰ ਸਾਹਿਬ ਦੇ ਦਰਸ਼ਨ ਹੋ ਜਾਣਗੇ, ਅਸੀਂ ਗੁਰਦੁਆਰਾ ਸਾਹਿਬ 'ਚ ਮੱਥਾ ਟੇਕ ਲਾਂਗੇ। ਪਰ ਬਾਕੀ ਲੋਕਾਂ ਨੂੰ ਰੋਕਾਂਗੇ, ਪਰ ਬਾਕੀ ਲੋਕਾਂ ਨੂੰ ਰੋਕਾਂਗੇ ਦਰਸ਼ਨ ਕਰਨ ਤੋਂ, ਜਿੰਨੀ ਉਮੀਦ। ਹਾਂ, ਖੁਦ ਜੀ ਦਰਸ਼ਨ ਬਿਲਕੁਲ ਕਰਨ ਦੇ ਬਹਾਨੇ ਨਾਲ ਖੁਦ ਤੁਸੀਂ ਤੁਸੀਂ ਧਰਨੇ ਜਾਓਗੇ ਪਰ ਬਾਕੀ ਲੋਕਾਂ ਨੂੰ ਰੋਕੋਗੇ। ਜੀ ਬਿਲਕੁਲ ਵਿਜੇ, ਤੁਸੀਂ ਡੱਲੇਵਾਲ ਦਾ ਬਿਆਨ ਵੀ ਸੁਣਿਆ ਜਦੋਂ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ ਕਿ ਇਹ ਰਸਤਾ ਦਰਬਾਰ ਸਾਹਿਬ ਨੂੰ ਜਾਂਦਾ। ਤਾਂ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਇਹਨਾਂ ਆਗੂਆਂ ਨੂੰ ਇਹ ਵੀ ਜਾਣਕਾਰੀ ਨਹੀਂ ਹੈ ਕਿ ਰਸਤਾ ਕਿੱਧਰ ਨੂੰ ਜਾਂਦਾ ਹੈ, ਕਿਉਂ ਰੋਕਿਆ ਜਾ ਰਿਹਾ, ਤਾਂ ਇਹ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲੀ ਗੱਲ ਹੈ ਕਿ ਆਗੂ ਬਿਨਾਂ ਜਾਣਿਆ ਬੁੱਝਿਆ ਆਪਣੀਆਂ ਮੰਗਾਂ ਨੂੰ ਰਾਜੀਵ, ਮੈਂ ਬਲਦੇਵ ਦਾ ਵੀ ਰੁਖ ਕਰਨਾ ਹੈ, ਰਾਜੀਵ ਤੁਸੀਂ ਤਸਵੀਰਾਂ ਦਿਖਾਉਂਦੇ ਰਹੋ ਅੰਮ੍ਰਿਤਸਰ ਤੋਂ। ਰਾਜੀਵ ਜਿਹੜੀ ਤਸਵੀਰ ਦਿਖਾ ਰਹੇ ਨੇ ਬੜੀ ਦਿਲਚਸਪ ਤਸਵੀਰ ਹੈ ਕਿ ਪਹਿਲਾਂ ਕਿਸਾਨ ਇਕੱਠੇ ਹੁੰਦੇ ਨੇ ਕਿ ਅਸੀਂ ਟੋਲ ਰੋਕਾਂਗੇ, ਜਦੋਂ ਕਿਸਾਨਾਂ ਦੀ ਗਿਣਤੀ ਵੱਧ ਨਹੀਂ ਹੁੰਦੀ, ਕਿਸਾਨ ਆਉਂਦੇ ਨਹੀਂ ਤਾਂ ਫਿਰ ਸਟ੍ਰੈਟਜੀ ਬਦਲ ਦਿੱਤੀ ਜਾਂਦੀ ਹੈ ਕਿ ਲੋਕਾਂ ਨੂੰ ਪਰੇਸ਼ਾਨੀ ਨਹੀਂ ਹੋਣ ਦੇਣੀ, ਟੋਲ ਫ੍ਰੀ ਕਰਤਾ ਔਰ ਖੁੱਲੇ ਚੱਲੋ। ਸੋ ਇਹ ਮੌਕੇ ਦੀ ਸਥਿਤੀ ਹੈ ਜਿਹੜੀ ਅਸੀਂ ਦਿਖਾ ਰਹੇ ਹਾਂ ਅੰਮ੍ਰਿਤਸਰ ਤੋਂ। ਰਾਜੀਵ ਸ਼ਰਮਾ ਸਾਡੇ ਸਹਿਯੋਗੀ ਜਿਹੜੀਆਂ ਤਸਵੀਰਾਂ ਦਿਖਾ ਰਹੇ ਨੇ। ਸੋ ਇਹ ਕਿਸ ਤਰੀਕੇ ਦੀ ਸਟ੍ਰੈਟਜੀ ਹੈ, ਕਿਸ ਤਰੀਕੇ ਦਾ ਮੰਗਾਂ ਮਨਵਾਉਣ ਦਾ ਤਰੀਕਾ ਹੈ ਕਿ ਲੋਕਾਂ ਨੂੰ ਧੱਕੇ ਨਾਲ ਪਰੇਸ਼ਾਨ ਕਰੋ ਤਾਂ ਤੁਹਾਡੀਆਂ ਮੰਗਾਂ ਮੰਨੀਆਂ ਜਾਣਗੀਆਂ। ਇਹ ਇੱਕ ਪ੍ਰਵਿਰਤੀ ਬਣ ਚੁੱਕੀ ਹੈ ਪੰਜਾਬ ਦੇ ਵਿੱਚ ਔਰ ਸਿਰਫ ਕਿਸਾਨਾਂ ਦੀ ਨਹੀਂ, ਹੋਰ ਬਹੁਤ ਸਾਰੇ ਐਸੇ ਵਰਗ ਨੇ ਉਹਨਾਂ ਦੀ ਵੀ ਇਹ ਪ੍ਰਵਿਰਤੀ ਬਣ ਚੁੱਕੀ ਹੈ ਕਿ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ, ਸੜਕ ਰੋਕਾਂਗੇ, ਆਵਾਜਾਈ ਬੰਦ ਹੋਊਗੀ, ਲੋਕ ਖੱਜਲ ਖੁਆਰ ਹੋਣਗੇ ਤਾਂ ਸਰਕਾਰ ਸਾਡੀ ਗੱਲ ਸੁਣੂਗੀ। ਤੇ ਆਮ ਲੋਕ ਕਹਿੰਦੇ ਨੇ ਕਿ ਜੇ ਕਿਸੇ ਦਾ ਸਰਕਾਰ ਨਾਲ ਇਸ਼ੂ ਹੈ ਤਾਂ ਉਹ ਸਰਕਾਰ ਦੇ ਘਰੇ ਜਾ ਕੇ ਧਰਨਾ ਦੇਵੇ। ਸੋ ਇਹ ਤਸਵੀਰਾਂ ਅਸੀਂ ਵੱਖ-ਵੱਖ ਫਰੀਦਕੋਟ ਤੋਂ ਔਰ ਅੰਮ੍ਰਿਤਸਰ ਤੋਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਨਾਲ ਜਿਹੜਾ ਹੈ ਉਹ ਜਾਮ ਲਾਏ ਗਏ ਨੇ, ਸੜਕਾਂ ਬੰਦ ਕੀਤੀਆਂ ਗਈਆਂ ਨੇ। ਹੁਣ ਕਿਉਂਕਿ ਜਦੋਂ ਇੱਕ ਪ੍ਰੈਸ਼ਰ ਦੂਜੇ ਪਾਸਿਓਂ ਬਣਦਾ ਨਜ਼ਰ ਆ ਰਿਹਾ ਹੈ, ਹੁਣ ਜਦੋਂ ਉਹਨਾਂ ਨੂੰ ਇਹ ਲੱਗ ਰਿਹਾ ਕਿ ਸਾਡਾ ਗਲਤ ਸੁਨੇਹਾ ਜਾ ਰਿਹਾ ਹੈ, ਗਲਤ ਮੈਸੇਜ ਜਾ ਰਿਹਾ ਇਸ ਤਰੀਕੇ ਨਾਲ ਸੜਕਾਂ ਰੋਕਣ ਦਾ, ਤੇ ਫਿਰ ਹੁਣ ਸਕੂਲਾਂ ਵਾਲੀਆਂ ਗੱਡੀਆਂ ਜਿਹੜੀਆਂ ਨੇ ਉਹ ਇਸ ਤਰੀਕੇ ਨਾਲ ਟਪਾਈਆਂ ਜਾ ਰਹੀਆਂ ਨੇ ਔਰ ਇਸ ਤਰੀਕੇ ਨਾਲ ਉਹ ਖੜੇ ਨੇ ਜਿਵੇਂ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਹੋਣ ਔਰ ਖੁਦ ਸਾਰਾ ਟ੍ਰੈਫਿਕ ਜਿਹੜਾ ਹੈ ਕੰਟਰੋਲ ਕਰ ਰਹੇ ਹੋਣ। ਸੋ ਇਹ ਪ੍ਰਵਿਰਤੀ ਜਿਹੜੀ ਹੈ ਇਹ ਬੜੀ ਚਿੰਤਾਜਨਕ ਪ੍ਰਵਿਰਤੀ ਜਿਹੜੀ ਹੈ ਉਹ ਇਸ ਵੇਲੇ ਬਣਦੀ ਜਾ ਚੁੱਕੀ ਹੈ। ਮਾਨਸਾ ਦਾ ਵੀ ਇੱਕ ਵਾਰੀ ਰੁਕ ਕਰ ਲੈਂਦੇ ਹਾਂ, ਮਾਨਸਾ ਦੇ ਵਿੱਚ ਕੀ ਸਥਿਤੀ ਹੈ। ਬਲਦੇਵ ਸ਼ਰਮਾ ਜੁੜੇ ਨੇ। ਬਲਦੇਵ, ਮਾਨਸਾ ਦੇ ਵਿੱਚ ਟ੍ਰੈਫਿਕ ਕਿਸ ਤਰੀਕੇ ਨਾਲ ਜਿਹੜਾ ਹੈ ਉਹ ਨਜ਼ਰ ਆ ਰਿਹਾ? ਕਿਸਾਨ ਧਰਨਾ ਸਭ ਨੂੰ ਪਤਾ ਹੈ, ਮੈਂ ਟ੍ਰੈਫਿਕ ਦੀ ਸਥਿਤੀ ਸਮਝਣੀ ਚਾਹੁੰਦਾ। ਬਿਲਕੁਲ ਵਿਜੇਪਾਲ, ਮੈਂ ਦੱਸਣਾ ਚਾਹਾਂਗਾ ਇਹ ਰਸਤਾ ਮਾਨਸਾ ਦੇ ਅੰਦਰ ਜਾਂਦਾ, ਛੋਟੀ ਮਾਨਸਾ ਨੂੰ ਹੋ ਕੇ ਉਸ ਨੇ 4 ਜਗ੍ਹਾ ਤੋਂ ਟ੍ਰੈਫਿਕ ਜਿਹੜੀ ਡਰਾਈਵਰ ਕੀਤੀ ਹੋਈ ਹੈ। 1 ਕਿਲੋਮੀਟਰ ਅੱਗੇ ਧਰਨਾ ਹੈ, ਇਹ ਮਾਨਸਾ ਤੋਂ ਆ ਵੀ ਰਹੇ ਤੇ ਜਾ ਵੀ ਰਹੇ ਹੈ ਕਿਉਂਕਿ ਟ੍ਰੈਫਿਕ ਦੀ ਸਭ ਤੋਂ ਵੱਡੀ ਸਮੱਸਿਆ ਹੈ। ਟਰੱਕ ਡਰਾਈਵਰ 12-1 ਵਜੇ ਰਾਤ ਤੋਂ ਇੱਥੇ ਖੜੇ ਭੁੱਖਣ ਭਾਣੇ ਖੜੇ ਸੀਗੇ ਤੇ ਹੁਣ ਬਦਲਵਾਂ ਜਿਹੜਾ ਪ੍ਰਬੰਧ ਕੀਤਾ ਗਿਆ ਉੱਥੋਂ ਦੀ ਟ੍ਰੈਫਿਕ ਹੈ ਕੁਝ ਲੰਘ ਰਹੀ ਹੈ, ਸਕੂਲ ਦੇ ਬੱਚੇ ਵੀ ਇਸ ਰੂਟ ਤੋਂ ਕਿੰਨਾ ਚਿਰ ਲੱਗਦਾ ਹੈ? ਲੰਮਾ ਸਫ਼ਰ ਹੈ ਜਿਹੜਾ, ਕਿਉਂਕਿ ਕਿਸਾਨ ਆਗੂ ਕਈ ਥਾਵਾਂ ਤੇ ਕਹਿ ਰਹੇ ਨੇ ਕਿ ਅਸੀਂ ਬਦਲਵੇਂ ਰੂਟ ਪਹਿਲਾਂ ਹੀ ਕਹਿਤਾ ਅਸੀਂ ਲੈ ਲਓ। ਥੋੜਾ ਬਦਲਵੇਂ ਰੂਟ ਦੀ ਸਥਿਤੀ ਦੱਸ ਦਿਓ ਕਿ ਬਦਲਵੇਂ ਰੂਟ 'ਚ ਕਿੰਨਾ ਟਾਈਮ ਲੱਗਦਾ ਹੈ? ਬਿਲਕੁਲ, ਜੇ ਬਦਲਵੇਂ ਰੂਟਾਂ ਦੀ ਵੀ ਗੱਲ ਕਰੀਏ ਵਿਜੇਪਾਲ ਤਾਂ 1 ਘੰਟਾ ਹੈ ਜਿਹੜਾ ਆਪਣੀ ਮੰਜ਼ਿਲ ਤੇ ਪਹੁੰਚਣ ਵਾਸਤੇ ਲੱਗਦਾ ਹੈ, ਸਿਰਫ 500 ਮੀਟਰ ਦੂਰੀ ਤੈਅ ਕਰਨ ਤੇ, ਕਿਉਂਕਿ ਮਾਨਸਾ ਦੀਆਂ ਗਲੀਆਂ ਬਹੁਤ ਭੀੜੀਆਂ ਨੇ। ਇਹ ਟ੍ਰੈਫਿਕ ਹੈ ਜਿਹੜੀ ਇੱਥੋਂ ਦੀ ਜਾ ਰਹੀ ਹੈ, ਇੱਥੋਂ ਦੀ ਆ ਰਹੀ ਹੈ ਤੇ ਜਦੋਂ ਗਲੀਆਂ ਦੇ ਵਿੱਚ ਵੜਦੀ ਹੈ ਤੇ ਉੱਥੇ ਵੀ ਜਾਮ ਲੱਗ ਜਾਂਦਾ ਹੈ। ਸਿਰਫ 500 ਮੀਟਰ ਦੂਰੀ ਤੈਅ ਕਰਨ ਲਈ 1 ਘੰਟੇ ਦਾ ਰਸਤਾ ਤੈਅ ਕਰਨਾ ਪੈਂਦਾ। ਹੈਵੀ ਗੱਡੀਆਂ ਜਿਹੜੀਆਂ ਰਾਤ ਦੀਆਂ ਖੜੀਆਂ ਨੇ ਉਹਨਾਂ ਨੂੰ 40 ਤੋਂ 50 ਕਿਲੋਮੀਟਰ ਦਾ ਸਫ਼ਰ ਹੈ ਜਿਹੜਾ ਐਕਸਟਰਾ ਤੈਅ ਕਰਨਾ ਪਊਗਾ, ਫਿਰ ਹੀ ਆਪਣੀ ਮੰਜ਼ਿਲ ਤੇ ਪਹੁੰਚ ਸਕਦੇ ਆ। ਕਿਉਂਕਿ ਹੁਣ ਸਥਿਤੀ ਹੈ ਜਿਹੜੀ ਲੋਕ ਹੁਣ ਬੋਲਣ ਲੱਗ ਪਏ ਆ ਕਿਉਂਕਿ ਪਰੇਸ਼ਾਨੀ ਹੈ ਜਿਹੜੀ ਲੋਕਾਂ ਨੂੰ ਆ ਰਹੀ ਹੈ। ਮਾਨਸਾ ਤੋਂ 4 ਜਗ੍ਹਾ ਇਸ ਤਰ੍ਹਾਂ ਦੀ ਜਿਹੜੀ ਟ੍ਰੈਫਿਕ ਹੈ ਉਹ ਦਾ ਬਦਲਵਾਂ ਪ੍ਰਬੰਧ ਕੀਤਾ ਗਿਆ ਪ੍ਰਸ਼ਾਸਨ ਵੱਲੋਂ। ਇਸ ਕਰਕੇ
ਤੁਸੀਂ ਤਸਵੀਰਾਂ ਰਾਹੀਂ ਦੇਖ ਸਕਦੇ ਹੋ ਕਿ ਵੱਡੀ ਪੱਧਰ ਤੇ ਜਿਹੜੀ ਟ੍ਰੈਫਿਕ ਹੈ ਉਹ ਜਾਮ ਹੋਈ ਹੈ। ਹਾਲਾਂਕਿ ਕਿਸਾਨ ਬਾਰ-ਬਾਰ ਕਹਿ ਰਹੇ ਕਿ ਅਸੀਂ ਜਿਹੜੇ ਪ੍ਰਬੰਧ ਕੀਤੇ ਆ, ਪਰੰਤੂ ਕਿਸਾਨਾਂ ਦਾ ਇਸ ਦੇ ਵਿੱਚ ਕੋਈ ਰੋਲ ਨਹੀਂ। ਪੁਲਿਸ ਆਪਣੇ ਪੱਧਰ ਤੇ ਹੈ ਜਿਹੜੇ ਟ੍ਰੈਫਿਕ ਨੂੰ ਹੋਰ ਬਦਲਵੇਂ ਰੂਟਾਂ ਤੇ ਭੇਜ ਰਹੀ ਹੈ, ਪਰ ਉੱਥੇ ਵੀ ਕਾਫੀ ਪਰੇਸ਼ਾਨੀ ਹੈ। ਕਿਸਾਨ ਤਾਂ ਹੋਰ ਪਰੇਸ਼ਾਨ ਕਰਦੇ ਆ, ਉਹ ਤੇ ਹੋਰ ਪਰੇਸ਼ਾਨ ਕਰ ਰਹੇ, ਉਹ ਤੇ ਝੂਠ ਬੋਲ ਰਹੇ ਆ ਕਿ ਅਸੀਂ ਬਦਲਵੇਂ ਪ੍ਰਬੰਧ ਕੀਤੇ। ਉਹਨਾਂ ਨੇ ਕਾਹਦੇ ਬਦਲਵੇਂ ਪ੍ਰਬੰਧ ਕਰਨੇ ਆ? ਉਹ ਤੇ ਰੋਕ ਰਹੇ ਆ ਲੋਕਾਂ ਨੂੰ, ਜਿੱਥੋਂ ਵੀ ਅਸੀਂ ਤਸਵੀਰਾਂ ਦੇਖ ਰਹੇ ਹਾਂ। ਬਿਲਕੁਲ ਠੀਕ ਹੈ ਬਲਦੇਵ, ਤੁਸੀਂ ਤਸਵੀਰਾਂ ਦਿਖਾਉਂਦੇ ਰਹੋ। ਰਾਜੀਵ ਸ਼ਰਮਾ ਸਾਡੇ ਸਹਿਯੋਗੀ ਤਸਵੀਰਾਂ ਦਿਖਾ ਰਹੇ ਸੀ ਔਰ ਫਰੀਦਕੋਟ 'ਚ ਪੈਰਲਲ ਧਰਨਾ ਲੱਗਿਆ ਸੀ ਔਰ ਬਾਅਦ 'ਚ ਲੋਕਾਂ ਨੇ ਉਹਨਾਂ ਟਰੱਕ ਵਾਲਿਆਂ ਨੂੰ ਮਿਹਨਤ ਕੀਤੀ, ਉਹਨਾਂ ਦੇ ਨਾਲ ਗੱਲ ਕੀਤੀ ਔਰ ਫਿਰ ਉਹ ਟਰੱਕ ਵਾਲਿਆਂ ਨੇ ਟਰੱਕ ਹਟਾ ਲਏ, ਪਰ ਕਿਸਾਨਾਂ ਨੇ ਰਸਤਾ ਨਹੀਂ ਦਿੱਤਾ। ਉੱਥੇ ਵੀ ਹਲੇ ਜਾਮ ਹੈ, ਸਕੂਲ ਬੱਸਾਂ ਫਸੀਆਂ ਨੇ, ਬੱਚੇ ਜਿਹੜੇ ਸਕੂਲੋਂ ਆ ਰਹੇ ਨੇ ਆਪਣੇ ਘਰਾਂ ਨੂੰ ਜਾਣਾ ਹੈ ਉਹ ਫਸੇ ਹੋਏ ਨੇ। ਮਾਨਸਾ ਦੇ ਵਿੱਚ ਸਕੂਲ ਬੱਸਾਂ ਨਜ਼ਰ ਆ ਰਹੀਆਂ ਨੇ ਔਰ ਜਿਵੇਂ ਬਲਦੇਵ ਦੱਸ ਰਹੇ ਸੀ ਕਿ ਜੇ 500 ਮੀਟਰ ਦਾ ਰਸਤਾ ਤੈਅ ਕਰਨਾ ਹੈ ਤਾਂ ਤੁਹਾਨੂੰ 1 ਘੰਟਾ ਲੱਗਦਾ ਹੈ। ਇਸ ਤਰੀਕੇ ਦੇ ਬਦਲਵੇਂ ਪ੍ਰਬੰਧ ਜਿਹੜੇ ਕਿਸਾਨ ਦੱਸਦੇ ਨੇ ਉਹ ਕੀਤੇ ਗਏ ਨੇ, ਪਰ ਇਹਨਾਂ ਤੇ ਕੋਈ ਕਿਸੇ ਤਰ੍ਹਾਂ ਦਾ ਅਸਰ ਨਹੀਂ ਔਰ ਇੱਕ ਤਰੀਕੇ ਦਾ ਅਨਾਰਕੀ ਵਾਲਾ ਮਾਹੌਲ ਪੈਦਾ ਹੁੰਦਾ ਜਾ ਰਿਹਾ ਹੈ। ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਅਸੀਂ ਰੁਕਣਾ ਹੈ, ਜਲਦ ਵਾਪਸ ਆਉਣੇ ਹਾਂ।